ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਕੂੜ ਮੰਡਪ ਕੂੜ ਮਾੜੀ ਕੂੜ ਬੈਸਨ ਹਾਰ। ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ। ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ। ਕੂੜ ਮੀਆਂ ਕੂੜ ਬੀਬੀ ਖਪ ਹੋਏ ਖਾਰ। ਕੂੜ ਕੂੜੈ ਨਿਹੁ ਲੱਗਾ ਵਿਸਰਿਆ ਕਰਤਾਰ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ। ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ। ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ। ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ। ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਮਹਿਮਾ ਅਪਰੰਪਾਰ ਹੈ। ਨਾਨਕ ਸੋਧੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ। ਸਤਿਗੁਰੂ ਦੀ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਅੰਮ੍ਰਿਤ ਰੂਪ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੀ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪਿੱਛੇ 9 ਪੌੜੀਆਂ ਤੇ 9 ਸ਼ਲੋਕਾਂ ਦੀ ਕਥਾ ਸੰਪੂਰਨ ਹੋਈ ਹੈ। ਪੁਰਾਤਨ ਜਨਮ ਸਾਖੀ ਅਨੁਸਾਰ ਅਤੇ ਡਾਕਟਰ ਭਾਈ ਵੀਰ ਸਿੰਘ ਜੀ ਦੇ ਅਨੁਸਾਰ ਇਹ 9 ਸ਼ਲੋਕ ਤੇ 9 ਪੌੜੀਆਂ ਪਾਕ ਪਟਨ ਵਿੱਚ ਸ਼ੇਖ ਬ੍ਰਹਮ ਦੇ ਪ੍ਰਥਾਈ ਸਤਿਗੁਰੂ ਨੇ ਉਚਾਰਨ ਕੀਤੀਆਂ। ਹੁਣ ਅੱਗੇ 10ਵਾਂ ਸ਼ਲੋਕ ਆ ਰਿਹਾ ਹੈ ਔਰ ਜਨਮ ਸਾਖੀ ਵਿੱਚ ਇਹ ਵੀ ਲਿਖਿਆ ਮਿਲਦਾ ਹੈ ਕਿ ਬਾਕੀ ਜਿਹੜੇ 15 ਸ਼ਲੋਕ ਨੇ ਗੁਰੂ ਮਹਾਰਾਜ ਨੇ ਲਾਹੌਰ ਵਿਖੇ
ਦੁਨੀ ਚੰਦ ਤੁਪੜ ਦੇ ਪਰਛਾਵੇਂ ਉਚਾਰਨ ਕੀਤੇ। ਪਰ ਕੁਝ ਨਵੇਂ ਵਿਦਵਾਨਾਂ ਦਾ ਇਹ ਖਿਆਲ ਹੈ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਬਾਣੀ ਸ੍ਰੀ ਆਸਾ ਜੀ ਦੀ ਵਾਰ ਠੀਕ ਹੈ ਪਾਕਪਟਨ ਵਿਖੇ ਜਾਂ ਲਾਹੌਰ ਵਿਖੇ ਜਾਂ ਕਿਸੇ ਹੋਰ ਥਾਂ ਤੇ ਵੀ ਉਚਾਰਨ ਕੀਤੀ ਹੋ ਸਕਦੀ ਹੈ। ਤੇ ਜਿੱਥੇ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਾਂਦੇ ਔਰ ਉੱਥੇ ਹਮੇਸ਼ਾ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਤੇ ਨਾਲ ਹੀ ਸ੍ਰੀ ਆਸਾ ਜੀ ਦੀ ਵਾਰ ਦੇ ਪਾਵਨ ਬਚਨ ਉਪਦੇਸ਼ ਰੂਪ ਦੇ ਵਿੱਚ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਸਿੱਖ ਸੰਗਤਾਂ ਨੂੰ ਸਰਵਣ ਕਰਵਾਉਂਦੇ। ਇਸ ਵਾਸਤੇ ਇਸ ਵਾਰ ਨੂੰ ਗੁਰੂ ਮਹਾਰਾਜ ਇੰਨਾ ਪਿਆਰ ਕਰਦੇ ਸਨ। ਸਤਿਗੁਰੂ ਨੇ ਹਮੇਸ਼ਾ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਪਰੰਪਰਾ ਆਰੰਭ ਕੀਤੀ, ਜੋ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਗੁਰੂ ਘਰ ਦੇ ਵਿੱਚ ਨਿਰੰਤਰ ਚੱਲਦੀ ਆ ਰਹੀ ਹੈ। ਇਤਿਹਾਸ ਵਿੱਚ ਇਹ ਵੀ ਲਿਖਿਆ ਮਿਲਦਾ ਹੈ, ਜਦੋਂ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਦੁਸ਼ਮਣ ਦਾ ਘੇਰਾ ਪਿਆ ਹੋਇਆ ਸੀ ਤੇ ਸਿੱਖ ਭੁੱਖੇ ਪਿਆਸੇ ਦੁਸ਼ਮਣ ਦੇ ਨਾਲ ਜੰਗ ਯੁੱਧ ਕਰ ਰਹੇ ਸਨ, ਉਹਨਾਂ ਦਿਨਾਂ ਦੇ ਵਿੱਚ ਵੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹਮੇਸ਼ਾ ਹੋਇਆ ਕਰਦਾ ਸੀ। ਇੱਥੋਂ ਤੱਕ ਵੀ ਇਤਿਹਾਸ ਵਿੱਚ ਲਿਖਿਆ ਹੈ, ਜਦੋਂ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਨੰਦਪੁਰ ਸਾਹਿਬ ਜੀ ਦਾ ਕਿਲ੍ਹਾ ਛੱਡਿਆ ਤੇ ਜਦੋਂ ਪਰਿਵਾਰ ਵਿਛੋੜੇ ਵਾਲੇ ਅਸਥਾਨ ਤੇ ਆਏ, ਸਰਸਾ ਨਦੀ ਦੇ ਕੰਢੇ ਤੇ, ਜਿਹੜੇ ਗੁਰੂ ਮਹਾਰਾਜ ਦੇ ਕੁਝ ਨਾਲ ਦੇ ਸਾਥੀ ਪਰਿਵਾਰ ਦੇ ਮੈਂਬਰ ਛੋਟੇ ਸਾਹਿਬਜ਼ਾਦੇ ਮਾਤਾ ਗੰਗਾ ਜੀ ਪਿੱਛੇ ਰਹਿ ਗਏ ਸਨ ਤੇ ਪਿੱਛੋਂ ਦੁਸ਼ਮਣ ਨੇ ਹਮਲਾ ਕਰ ਦਿੱਤਾ ਸੀ, ਉਹਨਾਂ ਦੀ ਉਡੀਕ ਕਰ ਰਹੇ ਸਨ, ਤਾਂ ਇਹ ਵੀ ਉੱਥੇ ਲਿਖਿਆ ਮਿਲਦਾ ਹੈ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪਰਿਵਾਰ ਵਿਛੋੜਾ ਸਾਹਿਬ ਉਸ ਵੇਲੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਸਮਾਂ ਹੋ ਚੁੱਕਿਆ ਸੀ। ਉਸ ਦੁਸ਼ਮਣ ਦੇ ਹਮਲੇ ਦੇ ਦੌਰਾਨ ਵੀ ਭਾਈ ਉਦੈ ਸਿੰਘ ਜੀ ਨੂੰ ਆਖਿਆ ਬਈ ਤੁਸੀਂ ਪਿੱਛੇ ਆਉਂਦੇ ਦੁਸ਼ਮਣਾਂ ਨੂੰ ਰੋਕੋ ਤੇ ਅਸੀਂ ਇੱਥੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਹਾਂ। ਇਉਂ ਪਰਿਵਾਰ ਵਿਛੋੜੇ ਵਿਖੇ ਜਿੱਥੇ ਸਤਿਗੁਰੂ ਮਹਾਰਾਜ ਦਾ ਪਰਿਵਾਰ ਤੇ ਪੰਥ ਖੇਰੋਂ ਖੇਰੋਂ ਹੋਇਆ, ਉਸ ਵੇਲੇ ਵੀ ਗੁਰੂ ਮਹਾਰਾਜ ਨੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਤੇ ਇਹ ਮਰਜ਼ਾਦਾ ਕਾਇਮ ਰੱਖੀ। ਹੁਣ ਉਹੀ ਮਰਜ਼ਾਦਾ ਖਾਲਸਾ ਪੰਥ ਵਿੱਚ ਜਿਉਂ ਦੀ ਤਿਉਂ ਚੱਲੀ ਆ ਰਹੀ ਹੈ। ਆਪ ਸੰਗਤਾਂ ਨੂੰ ਭਲੀ ਭਾਂਤ ਵਿਦਿਤ ਹੈ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹਮੇਸ਼ਾ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੋ ਜਾਂਦਾ ਹੈ। ਕੋਈ ਐਸਾ ਸਮਾਂ ਵੀ ਆਇਆ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਸ੍ਰੀ ਦਰਬਾਰ ਸਾਹਿਬ ਜੀ ਨੂੰ ਬਰੂਦ ਦੇ ਨਾਲ ਉਡਾਇਆ ਅਤੇ ਸਰੋਵਰ ਨੂੰ ਮਿੱਟੀ ਦੇ ਨਾਲ ਪੂਰ ਦਿੱਤਾ ਸੀ। ਪਰ ਕੁਝ ਸਮੇਂ ਤੋਂ ਬਾਅਦ ਫੇਰ ਸਿੰਘਾਂ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਕਾਇਮ ਕੀਤਾ ਤੇ ਸ੍ਰੀ ਆਸਾ ਜੀ ਦੀ ਭੰਗ ਹੋਈ ਮਰਜ਼ਾਦਾ ਨੂੰ ਫਿਰ ਦੁਬਾਰਾ ਜਾਰੀ ਕੀਤਾ। ਕਿਉਂ? ਇਹ ਗੁਰੂ ਨਾਨਕ ਸਾਹਿਬ ਦੀ ਚਲਾਈ ਹੋਈ ਮਰਜ਼ਾਦਾ ਸੀ। ਇਸ ਗੁਰਬਾਣੀ ਦੀ ਜੋਤ ਨੂੰ ਜਗਾਈ ਰੱਖਣਾ ਹੀ ਖਾਲਸੇ ਦਾ, ਸਿੱਖ ਕੌਮ ਦਾ ਪਰਮ ਧਰਮ ਹੈ। ਉਸ ਤੋਂ ਬਾਅਦ ਫਿਰ ਇੱਕ ਵਾਰੀ ਲਖੂ ਨੇ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਬੇਅਦਬੀ ਕੀਤੀ। ਮੱਸੇ ਨੇ ਵੀ ਉੱਥੇ ਵਿਸਵਾਵਾਂ ਦਾ ਨਾਚ ਕਰਵਾਇਆ ਔਰ ਕੁਝ ਸਮੇਂ ਤੋਂ ਬਾਅਦ ਫਿਰ ਉੱਥੇ ਕੀਰਤਨ ਦੀ ਪ੍ਰਥਾ ਆਰੰਭ ਹੁੰਦੀ ਰਹੀ। ਹੁਣ ਪਿਛਲੇ ਕੁਝ ਸਮੇਂ ਦੇ ਵਿੱਚ ਵੀ ਜਿਸ ਸਾਕੇ ਨੂੰ ਅਸੀਂ ਆਪਣੇ ਅੱਖਾਂ ਦੇ ਨਾਲ ਵੇਖਿਆ ਵੀ ਹੈ, ਕੰਨਾਂ ਦੇ ਨਾਲ ਸੁਣਿਆ ਵੀ ਹੈ, ਸੰਨ 1984 ਦੇ ਅੰਦਰ ਭਾਰਤੀ ਫੌਜ ਨੇ ਵੀ ਸ੍ਰੀ ਦਰਬਾਰ ਸਾਹਿਬ ਹਮਲਾ ਕੀਤਾ
ਤਾਂ ਉਸ ਵੇਲੇ ਵੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਰਿਹਾ। ਇੱਥੋਂ ਤੱਕ ਵੀ ਪਤਾ ਲੱਗਿਆ ਹੈ ਜੋ ਸਨ 1984 ਦੇ ਅੰਦਰ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਉਹ ਉਸ ਵੇਲੇ ਗੁਰੂ ਮਹਾਰਾਜ ਦੇ ਤਾਬਿਆਂ ਵਿੱਚ ਬੈਠੇ ਸਨ ਤੇ ਰਾਗੀ ਜਥਾ ਕੀਰਤਨ ਕਰ ਰਿਹਾ ਸੀ ਤੇ ਦੂਸਰੇ ਪਾਸੇ ਗੋਲੀਆਂ ਵੀ ਚੱਲ ਰਹੀਆਂ ਸਨ ਤੇ ਕੀਰਤਨ ਕਰਦਿਆਂ ਹੋਇਆਂ ਇੱਕ ਰਾਗੀ ਸਿੰਘ ਦੀ ਆ ਕੇ ਗੋਲੀ ਲੱਗੀ ਔਰ ਉਹ ਉੱਥੇ ਦਰਬਾਰ ਸਾਹਿਬ ਦੇ ਅੰਦਰ ਹੀ ਸ਼ਹੀਦੀ ਪ੍ਰਾਪਤ ਕਰ ਗਿਆ। ਕੀਰਤਨ ਕਰਦਿਆਂ ਜੰਗ ਯੁੱਧ ਦੇ ਸਮੇਂ ਵੀ ਉਸ ਪਰੰਪਰਾ ਨੂੰ ਖਾਲਸਾ ਪੰਥ ਨੇ ਕਾਇਮ ਰੱਖਿਆ। ਗਿਆਨੀ ਮੋਹਨ ਸਿੰਘ ਜੀ ਨੇ ਇੱਕ ਹੋਰ ਵੀ ਘਟਨਾ ਦੱਸੀ ਕਿ ਜਦੋਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ, ਇੱਕ ਗੋਲੀ ਉਹ ਕੀਰਤਨ ਕਰਨ ਵਾਲੇ ਸਿੰਘ ਦੇ ਆ ਕੇ ਲੱਗੀ ਤੇ ਦੂਸਰੀ ਗੋਲੀ ਜੋ ਸਿੱਧੀ ਮੇਰੇ ਵੱਲ ਆ ਰਹੀ ਸੀ, ਕਿਉਂਕਿ ਉਹ ਗੁਰੂ ਮਹਾਰਾਜ ਦੀ ਤਾਬਿਆਂ ਚੌਰ ਦੀ ਸੇਵਾ ਕਰ ਰਹੇ ਸਨ, ਔਰ ਉਹ ਗੋਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਵਿੱਚ ਲੱਗੀ ਤੇ ਕੁਝ ਪੰਨੇ ਚੀਰ ਕੇ ਤੇ ਫਿਰ ਉਹ ਅੱਗੇ ਨਿਕਲ ਗਈ, ਫਿਰ ਉੱਥੇ ਠੰਡੀ ਹੋ ਗਈ। ਤੇ ਗਿਆਨੀ ਮੋਹਨ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਉਹ ਬੜੇ ਮਾਣ ਤੇ ਫਖਰ ਦੇ ਨਾਲ ਇਹ ਗੱਲ ਦੱਸਦੇ ਹਨ ਕਿ ਸਾਨੂੰ ਸਾਡੇ ਬਾਪੂ ਨੇ, ਭਾਵ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਬਚਾਇਆ। ਨਹੀਂ ਉਸ ਘੱਲੂਘਾਰੇ ਦੇ ਵਿੱਚ ਜੋ ਅੰਧਾ-ਧੁੰਦ ਗੋਲੀਆਂ ਚੱਲ ਰਹੀਆਂ ਸਨ ਤੇ ਜੇ ਕੀਰਤਨ ਕਰਨ ਵਾਲੇ ਸਿੰਘਾਂ ਦੇ ਗੋਲੀਆਂ ਵੱਜ ਸਕਦੀਆਂ ਨੇ ਤੇ ਸਾਡੇ ਮਹਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀਆਂ ਲੱਗ ਸਕਦੀਆਂ ਨੇ, ਅਣਗਿਣਤ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਸਕਦੇ ਨੇ ਤੇ ਉਸ ਥਾਂ ਤੇ ਬਚਣਾ ਕੋਈ ਸੌਖੀ ਗੱਲ ਨਹੀਂ ਸੀ। ਇਸ ਲਈ ਸਾਡੇ ਪਿਤਾ ਸਤਿਗੁਰੂ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਬਚਾਇਆ। ਇਹ ਪ੍ਰਸੰਗ ਇਸ ਲਈ ਸੁਣਾਏ ਜਾ ਰਹੇ ਨੇ ਕਿਉਂਕਿ ਇਹਨਾਂ ਚੀਜ਼ਾਂ ਦਾ ਸ੍ਰੀ ਆਸਾ ਜੀ ਦੀ ਵਾਰ ਦੇ ਨਾਲ ਹੀ ਸੰਬੰਧ ਹੈ। ਇਹ ਪਰੰਪਰਾ ਵਿੱਚ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਚੱਲਿਆ ਆ ਰਿਹਾ ਹੈ। ਲੋ ਆਪ ਸੰਗਤਾਂ ਨੇ 9 ਸ਼ਲੋਕਾਂ ਦੀ ਕਥਾ ਸਰਵਣ ਕੀਤੀ ਹੈ। ਹੁਣ ਅੱਗੇ 10ਵੇਂ ਸ਼ਲੋਕ ਦੀ ਕਥਾ ਆਰੰਭ ਹੋ ਰਹੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਨਮ ਸਾਖੀ ਦੇ ਅਨੁਸਾਰ ਇਹ ਵੀ ਉਲੇਖ ਮਿਲਦਾ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਰਾਏ ਬੁਲਾਰ, ਜੋ ਰਾਏ ਭੋਇ ਕੀ ਤਲਵੰਡੀ ਦਾ ਚੌਧਰੀ ਸੀ, ਔਰ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਆਨੰਦ ਸੇਵਕ ਬਣਿਆ, ਸਾਧਕ ਮੁਰੀਦ ਬਣਿਆ। ਉਸਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅੰਤ ਸੇਵਾ ਵੀ ਕੀਤੀ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਵੀ ਪ੍ਰਾਪਤ ਕੀਤੀਆਂ ਤੇ ਨਾਲ ਇੱਕ ਦਿਨ ਉਚੇਚਾ ਗੁਰੂ ਮਹਾਰਾਜ ਨੂੰ ਬੁਲਾ ਕੇ ਬੇਨਤੀ ਕੀਤੀ, ਕਹਿਣ ਲੱਗਾ, ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਉਪਦੇਸ਼ ਦਿਓ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਵੈਰਾਗਮਈ ਉਪਦੇਸ਼ ਬਖਸ਼ਿਸ਼ ਕੀਤਾ। ਲੋ ਸੰਗਤਾਂ, ਸਤਿਗੁਰੂ ਦੀ ਬਾਣੀ ਸਰਬਕਾਲੀ ਤੇ ਸਰਬ ਸਾਂਝੀ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ, ਚਾਹੇ ਬਹਾਨਾ ਕੋਈ ਵੀ ਬਣੇ, ਮਹਾਂਪੁਰਖ ਜੋ ਵੀ ਉਪਦੇਸ਼ ਦਿੰਦੇ ਹਨ ਉਹ ਸਾਰੀ ਮਨੁੱਖਤਾ ਲਈ, ਸਾਰੀ ਦੁਨੀਆ ਲਈ ਸਾਂਝਾ ਹੁੰਦਾ ਹੈ। ਲਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦੇ ਰਹੇ ਹਨ। ਆਪ ਸੰਤਾਂ ਪ੍ਰੇਮ ਦੇ ਨਾਲ ਸ਼ਲੋਕ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਰਾਜਾ, ਰਾਏ ਬੁਲਾਰ, ਇਹ ਗੱਲ ਯਾਦ ਰੱਖ, ਕੂੜ ਰਾਜਾ, ਦੁਨੀਆ ਵਿੱਚ ਜੇ ਕੋਈ ਰਾਜਾ ਬਣਿਆ ਹੈ ਉਹ ਵੀ ਝੂਠਾ ਹੀ ਹੈ। ਕੂੜ ਪਰਜਾ, ਤੇ ਪਰਜਾ ਵੀ ਝੂਠੀ ਹੈ।
ਇਹਦਾ ਮਤਲਬ ਇਹ ਹੈ, ਦੁਨੀਆ ਦੇ ਵਿੱਚ ਨਾ ਕੋਈ ਰਾਜਾ ਨਾ ਕੋਈ ਪਰਜਾ ਹਮੇਸ਼ਾ ਰਹਿ ਸਕਦਾ। ਰਾਜਿਆਂ ਨੂੰ ਵੀ ਜਾਣਾ ਪੈਂਦਾ ਤੇ ਪਰਜਾ ਨੂੰ ਵੀ ਜਾਣਾ ਪੈਂਦਾ। ਇਸੇ ਲਈ ਰਾਜਾ ਵੀ ਝੂਠਾ ਹੈ ਤੇ ਪਰਜਾ ਵੀ ਝੂਠੀ ਹੈ। ਪਰ ਕੁਛ ਵਿਦਵਾਨਾਂ ਨੇ ਕੂੜ ਦਾ ਅਰਥ ਕੀਤਾ ਅਸਤ। ਰਾਜਾ ਵੀ ਅਸਤ ਹੈ ਤੇ ਪਰਜਾ ਵੀ ਅਸਤ ਹੈ, ਭਾਵੇਂ ਹਮੇਸ਼ਾ ਰਹਿਣ ਵਾਲੇ ਨਹੀਂ। ਕੂੜ ਸਭ ਸੰਸਾਰ, ਇਹ ਸਾਰਾ ਸੰਸਾਰ ਵੀ ਭਾਈ ਅਸਤ ਹੈ, ਸਾਰਾ ਸੰਸਾਰ ਵੀ ਝੂਠਾ ਹੈ, ਕਿਉਂਕਿ ਸਾਰੇ ਸੰਸਾਰ ਨੇ ਵੀ ਇੱਕ ਨਾ ਇੱਕ ਦਿਨ ਨਾਸ ਹੋਣਾ ਹੈ। ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ। ਆ ਜਿੰਨੇ ਵੀ ਮੰਡਪ ਨੇ, ਮੰਡਪ ਦਾ ਅਰਥ ਮਮਟੀਆਂ ਵਾਲੇ ਸਥਾਨ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਰਾਜੇ ਲੋਕ ਕਈ ਐਸੇ ਅਸਥਾਨ ਬਣਾਉਂਦੇ ਸਨ ਵੀ ਜਿੱਥੇ ਉਹ ਮਮਟੀਆਂ ਬਣਾਉਂਦੇ ਸਨ, ਗੁੰਬਦ ਬਣਾਉਂਦੇ ਸਨ, ਉਹਨਾਂ ਦੀ ਸਜਾਵਟ ਬਣਾਉਂਦੇ ਸਨ, ਪਾਲਕੀਆਂ ਵੀ ਬਣਾਉਂਦੇ ਸਨ। ਕੂੜ ਮੰਡਪ ਜਿਹੜੇ ਮਮਟੀਆਂ ਵਾਲੇ ਅਸਥਾਨ ਨੇ, ਦੀਵਾਨ ਹਾਲ ਨੇ ਜਾਂ ਕਚਹਿਰੀਆਂ ਲਾਉਣ ਵਾਲੇ ਅਸਥਾਨ ਨੇ, ਉਹ ਵੀ ਝੂਠੇ ਨੇ। ਤੇ ਕੂੜ ਮਾੜੀ ਵੀ ਜਿਹੜੀਆਂ ਮਹਿਲ ਮਾੜੀਆਂ ਉਸਾਰਦੇ ਨੇ, ਉਹ ਵੀ ਝੂਠੀਆਂ ਨੇ। ਕੂੜ ਬੈਸਣ ਹਾਰ ਤੇ ਜਿਹੜੇ ਭਾਈ ਉਹਨਾਂ ਵਿੱਚ ਬਹਿਣ ਵਾਲੇ ਨੇ, ਉਹ ਵੀ ਝੂਠੇ ਨੇ। ਤੇ ਜਾਂ ਇਹਦਾ ਦੂਜੇ ਭਾਵ ਨਾਲ ਇਹ ਵੀ ਅਰਥ ਵਿਦਵਾਨਾਂ ਨੇ ਕੀਤਾ ਵੀ ਰਾਜਾ ਵੀ ਅਸਤ ਹੈ, ਪਰਜਾ ਵੀ ਅਸਤ ਹੈ, ਸੰਸਾਰ ਵੀ ਸਾਰਾ ਅਸਤ ਹੈ। ਕੂੜ ਮੰਡਪ ਜਿਹੜੇ ਮਹਿਲ ਮਾੜੀਆਂ ਨੇ, ਉਹ ਵੀ ਸਾਰੇ ਅਸਤ ਨੇ ਤੇ ਉਹਨਾਂ ਵਿੱਚ ਬਹਿਣ ਵਾਲੇ ਵੀ ਸਾਰੇ ਅਸਤ ਨੇ, ਭਾਵ ਉਹਨਾਂ ਨੇ ਹਮੇਸ਼ਾ ਰਹਿਣਾ ਨਹੀਂ, ਇੱਕ ਨਾ ਇੱਕ ਦਿਨ ਉਹਨਾਂ ਨੇ ਵੀ ਨਾਸ ਹੋਣਾ ਹੈ। ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ। ਲੋ ਹਜ਼ੂਰ ਕਹਿੰਦੇ ਨੇ ਭਾਈ ਸੋਨਾ ਵੀ ਅਸਤ ਹੈ, ਰੂਪਾ ਕਹਿੰਦੇ ਨੇ ਚਾਂਦੀ ਨੂੰ, ਚਾਂਦੀ ਵੀ ਅਸਤ ਹੈ। ਕੂੜ ਪਹਿਨਣ ਹਾਰ ਜਿਹੜੇ ਸੋਨੇ ਤੇ ਚਾਂਦੀ ਦੇ ਗਹਿਣੇ ਪਹਿਨਣ ਵਾਲੇ ਲੋਕ ਨੇ, ਚਾਹੇ ਉਹ ਇਸਤਰੀਆਂ ਨੇ, ਉਹ ਵੀ ਅਸਤ ਨੇ, ਭਾਵ ਉਹ ਵੀ ਝੂਠੇ ਹੀ ਨੇ, ਉਹਨਾਂ ਨੇ ਵੀ ਇੱਕ ਨਾ ਇੱਕ ਦਿਨ ਨਾਸ ਹੋਣਾ ਹੈ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਸਿੱਖਿਆ ਬਖਸ਼ੀ ਹੈ ਵੀ ਤੁਸੀਂ ਸ਼ੁਭ ਗੁਣਾਂ ਦਾ ਸ਼ਿੰਗਾਰ ਕਰਨਾ ਹੈ, ਸਿੱਖੀ ਦੇ ਕਕਾਰਾਂ ਨੂੰ ਧਾਰਨ ਕਰਨਾ ਹੈ। ਬਾਕੀ ਇਸ ਦੇ ਮੁਕਾਬਲੇ ਤੇ ਜੋ ਸੋਨੇ ਚਾਂਦੀ ਦਾ ਸ਼ਿੰਗਾਰ ਹੈ, ਇਹ ਝੂਠਾ ਹੈ ਔਰ ਇਹਨੇ ਸਾਡਾ ਕੁਝ ਨਹੀਂ ਸੁਆਰਨਾ। ਬਲਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਪਿੱਛੇ ਬਚਨ ਆਖੇ ਸਨ, ਤਨ ਜੋਬਨ ਦੋਏ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ। ਇਹ ਧਨ ਤੇ ਜੋਬਨ, ਸੋਨਾ ਚਾਂਦੀ ਤੇ ਇੱਕ ਦਿਨ ਦੁਸ਼ਮਣ ਵੀ ਬਣ ਜਾਂਦੇ ਹੈ। ਜਿਨ੍ਹਾਂ ਲੋਕਾਂ ਦੇ ਕੋਲ ਸੋਨਾ ਚਾਂਦੀ ਹੁੰਦਾ ਹੈ ਜਾਂ ਸੋਨੇ ਚਾਂਦੀ ਨੂੰ ਪਾਉਂਦੇ ਨੇ, ਚੋਰੋ ਚੱਕੇ ਵੀ ਉਹਨਾਂ ਦੇ ਪਿੱਛੇ ਲੱਗ ਜਾਂਦੇ ਨੇ। ਤੁਸੀਂ ਬਹੁਤ ਵਾਰੀ ਇਹੋ ਜਿਹੀਆਂ ਵਾਰਦਾਤਾਂ ਸੁਣੀਆਂ ਤੇ ਪੜ੍ਹੀਆਂ ਤੇ ਵੇਖੀਆਂ ਵੀ ਹੋਣਗੀਆਂ ਵੀ ਫਲਾਣੇ ਘਰ ਚੋਰੀ ਹੋ ਗਈ, ਵਾਲੀਆਂ ਲਾਹ ਕੇ ਲੈ ਗਏ, ਚਾਂਦੀ ਦੇ ਗਹਿਣੇ ਚੁਰਾ ਕੇ ਲੈ ਗਏ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਆਖਿਆ, ਗੁਰਸਿੱਖਾ ਤੂੰ ਸੋਨੇ ਚਾਂਦੀ ਨਾਲ ਪਿਆਰ ਨਹੀਂ ਕਰਨਾ, ਤੂੰ ਸ਼ੁਭ ਗੁਣ ਧਾਰਨ ਕਰਨੇ ਨੇ ਤੇ ਗੁਰਸਿੱਖੀ ਦੇ ਧਰਮ ਦੇ ਅਸੂਲ ਅਪਣਾਉਣੇ ਨੇ। ਸਿੱਖੀ ਦੇ ਕਕਾਰ ਹੀ ਤੇਰੇ ਗਹਿਣੇ ਹਨ। ਇਸ ਲਈ ਇਹਦੇ ਮੁਕਾਬਲੇ ਤੇ ਸੋਨਾ ਵੀ ਝੂਠਾ ਹੈ, ਚਾਂਦੀ ਵੀ ਝੂਠੀ ਤੇ ਝੂਠੇ ਹੀ ਪਹਿਨਣ ਵਾਲੇ ਹਨ। ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ। ਹਜ਼ੂਰ ਕਹਿੰਦੇ ਨੇ ਕਾਇਆ, ਸਾਡੀ ਦੇਹ ਵੀ ਅਸਤ ਹੈ, ਕੂੜ ਕੱਪੜ ਤੇ ਕੱਪੜਾ ਵੀ, ਪੁਸ਼ਾਕ ਵੀ ਅਸਤ ਹੈ। ਜੋ ਅਸੀਂ ਸਰੀਰ ਤੇ ਕੱਪੜੇ ਪਾਉਂਦੇ ਹਾਂ, ਇਹ ਵੀ ਝੂਠੇ ਹੀ ਨੇ। ਇਹਦਾ ਮਤਲਬ ਵੀ ਹਮੇਸ਼ਾ ਨਹੀਂ ਇਹਨਾਂ ਨੇ ਰਹਿਣਾ, ਨਾ ਸਰੀਰ ਨੇ ਰਹਿਣਾ ਹੈ ਤੇ ਨਾ ਕੱਪੜੇ ਨੇ ਰਹਿਣਾ। ਕੂੜ ਰੂਪ ਅਪਾਰ, ਤੇ ਜਿਹੜੇ ਅਨੇਕਾਂ ਤਰ੍ਹਾਂ ਦੇ ਅਸੀਂ ਰੂਪ ਧਾਰਨ ਕਰਦੇ ਹਾਂ, ਇਹਨਾਂ ਨੇ ਵੀ, ਇਸ ਰੂਪ ਨੇ ਵੀ ਹਮੇਸ਼ਾ ਨਹੀਂ ਰਹਿਣਾ। ਇਹ ਰੂਪ ਵੀ ਅਕਸਰ ਨਾਸ ਹੁੰਦਾ ਹੈ, ਕਿਉਂਕਿ ਕੁਦਰਤੀ ਗੱਲ ਹੈ। ਹੁਣ ਚਾਹੇ ਕਿੰਨਾ ਵੀ ਕਿਸੇ ਦਾ ਸੁੰਦਰ ਰੂਪ ਕਿਉਂ ਨਾ ਹੋਵੇ, ਪਰ ਜਦੋਂ ਕੋਈ ਬਿਮਾਰੀ ਲੱਗ ਜਾਂਦੀ ਹੈ, ਉਹ ਰੂਪ ਕਿਧਰੇ ਉੱਡ ਜਾਂਦਾ ਹੈ। ਇਸੇ ਲਈ ਜਦੋਂ ਮੌਤ ਆਉਂਦੀ ਤੇ ਸਭ ਕੁਝ ਹੀ ਖੋਹ ਕੇ ਲੈ ਜਾਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਕਾਇਆ ਵੀ ਕੂੜ ਹੈ,
ਕਾਇਆ ਵੀ ਅਸਤ ਹੈ, ਪੁਸ਼ਾਕ ਵੀ ਅਸਤ ਹੈ, ਤੇ ਜਿਹੜਾ ਬਹੁਤਾ ਸੁੰਦਰ ਰੂਪ ਹੈ ਇਹ ਵੀ ਝੂਠਾ ਹੀ ਹੈ। ਕੂੜ ਮੀਆਂ ਕੂੜ ਬੀਬੀ ਖਪ ਹੋਏ ਖਾਰ। ਮੀਆਂ ਦਾ ਅਰਥ ਹੈ ਪਤੀ ਵੀ ਅਸਤ ਹੈ, ਬੀਬੀ ਪਤਨੀ ਵੀ ਅਸਤ ਹੈ। ਖਪ ਹੋਏ ਖਾਰ, ਜਿਹੜੇ ਪਤੀ ਪਤਨੀ ਨੇ ਇਹ ਭੋਗ ਬਿਲਾਸਾਂ ਵਿੱਚ ਖਚਤ ਹੋ ਕੇ ਖੁਆਰ ਹੁੰਦੇ ਨੇ, ਇਹ ਵੀ ਦੋਵੇਂ ਅਸਤ ਹਨ। ਕੂੜ ਕੂੜੈ ਨੇਹੋਂ ਲੱਗਾ ਵਿਸਰਿਆ ਕਰਤਾਰ। ਹਜ਼ੂਰ ਕਹਿੰਦੇ ਨੇ ਕੂੜ ਕੂੜੈ ਨੇਹੋਂ ਲੱਗਾ। ਕੂੜ ਕੂੜੈ ਝੂਠੇ ਮਨੁੱਖ ਦਾ ਝੂਠ ਦੇ ਨਾਲ ਹੀ ਨੇਹੋਂ ਲੱਗਾ ਪ੍ਰੇਮ ਲੱਗਿਆ ਹੋਇਆ। ਝੂਠੇ ਮਨੁੱਖ ਦਾ ਝੂਠ ਦੇ ਨਾਲ ਹੀ ਨੇਹੋਂ ਮੋਹ ਪਿਆਰ ਲੱਗਿਆ ਹੋਇਆ ਹੈ। ਵਿਸਰਿਆ ਕਰਤਾਰ, ਇਸੇ ਲਈ ਇਹਨੂੰ ਕਰਤਾਰ ਵਾਹਿਗੁਰੂ ਪਰਮੇਸ਼ਰ ਭੁੱਲਿਆ ਹੋਇਆ। ਜਦੋਂ ਮਨੁੱਖ ਦਾ ਝੂਠ ਦੇ ਨਾਲ ਪਿਆਰ ਪੈ ਜਾਵੇ ਫਿਰ ਉਸ ਨੂੰ ਰੱਬ ਭੁੱਲ ਜਾਂਦਾ ਹੈ, ਕਿਉਂਕਿ ਸਾਡਾ ਪਿਆਰ ਇੱਕ ਪਾਸੇ ਹੀ ਲੱਗ ਸਕਦਾ ਹੈ। ਚਾਹੇ ਤੁਸੀਂ ਦੁਨੀਆ ਨਾਲ ਲਾ ਲਵੋ ਤੇ ਚਾਹੇ ਰੱਬ ਦੇ ਨਾਲ ਲਾ ਲਵੋ, ਝੂਠ ਦੇ ਨਾਲ ਲਾ ਲਵੋ ਚਾਹੇ ਸੱਚ ਦੇ ਨਾਲ ਪਿਆਰ ਲਾ ਲਵੋ, ਜਿਸ ਪਾਸੇ ਵੀ ਲਾਓਗੇ ਇੱਕ ਪਾਸੇ ਪਿਆਰ ਲੱਗਦਾ ਹੈ। ਉਹ ਬੁੱਲੇ ਨੇ ਠੀਕ ਹੀ ਆਖਿਆ ਸੀ, ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ। ਵੀ ਰੱਬ ਨੂੰ ਪਾਉਣ ਵਾਸਤੇ ਇੱਧਰੋਂ ਆਪਣੇ ਮਨ ਨੂੰ ਪੁੱਟਣਾ ਪਵੇਗਾ ਤੇ ਦੂਜੇ ਪਾਸੇ ਤਾਂ ਹੀ ਲੱਗ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਝੂਠੇ ਮਨੁੱਖ ਦਾ ਝੂਠ ਦੇ ਨਾਲ ਹੀ ਨਿਉ ਮੋਹ ਲੱਗਿਆ ਹੋਇਆ ਹੈ, ਜਿਸ ਦਾ ਸਦਕਾ ਇਹਨੂੰ ਕਰਤਾਰ ਵਾਹਿਗੁਰੂ ਪਰਮੇਸ਼ਰ ਭੁੱਲਿਆ ਹੋਇਆ ਹੈ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ। ਹਜ਼ੂਰ ਕਹਿੰਦੇ ਨੇ ਰਾਏ ਬੁਲਾਰ ਸਾਰਾ ਸੰਸਾਰ ਹੀ ਚੱਲਣ ਵਾਲਾ ਹੈ। ਕਿਹਦੇ ਨਾਲ ਦੋਸਤੀ ਕਰੀਏ, ਕਿਹਦੇ ਨਾਲ ਮਿੱਤਰਤਾ ਪਾਈਏ, ਕਿਹਦੇ ਨਾਲ ਦੋਸਤੀ ਦਾ ਹੱਥ ਵਧਾਈਏ, ਸਾਰਾ ਸੰਸਾਰ ਹੀ ਤੇ ਨਾਸਵੰਤ ਹੈ। ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ। ਪਰ ਹਜ਼ੂਰ ਕਹਿੰਦੇ ਨੇ ਜਿਹੜਾ ਕੂੜ ਹੈ ਬਹੁਤ ਮਿੱਠਾ ਹੈ। ਭਾਵ ਜਿੰਨੇ ਵੀ ਮਾਇਆ ਦੇ ਰੰਗ ਰੂਪ ਨੇ, ਪਦਾਰਥ ਨੇ, ਨਸ਼ੇ ਵਿਸ਼ੇ ਨੇ, ਸਭ ਕੂੜ ਹੀ ਹੈ ਨਾ। ਪਰ ਕੂੜ ਹੈ ਬੜਾ ਮਿੱਠਾ, ਝੂਠ ਹੈ ਬਹੁਤ ਮਿੱਠਾ। ਕਿੰਨਾ ਕੁ ਮਿੱਠਾ? ਕੂੜ ਮਾਖਿਓ। ਹਜ਼ੂਰ ਕਹਿੰਦੇ ਕੂੜ ਤਾਂ ਸ਼ਹਿਦ ਹੀ ਹੈ, ਸ਼ਹਿਦ ਬਹੁਤ ਮਿੱਠਾ ਹੁੰਦਾ। ਕੂੜ ਤੇ ਨਿਰਾ ਸ਼ਹਿਦ ਹੈ, ਪਰ ਸ਼ਹਿਦ ਵਿੱਚ ਇੱਕ ਇਹ ਖਾਸੀਅਤ ਹੈ, ਜਦੋਂ ਕੋਈ ਮੱਖੀ ਸ਼ਹਿਦ ਤੇ ਆ ਕੇ ਬੈਠ ਜਾਵੇ ਤੇ ਉਹ ਸ਼ਹਿਦ ਕਾਫੀ ਗਾੜਾ ਹੁੰਦਾ ਹੈ ਤੇ ਉਸ ਨੂੰ ਮਿੱਠਾ ਜਾਣ ਕੇ ਮੱਖੀ ਉਸ ਨੂੰ ਖਾਂਦੀ ਹੈ। ਤੇ ਫਿਰ ਉਹ ਜਦੋਂ ਮੱਖੀ ਉਹਦੇ ਉੱਤੇ ਬਹਿੰਦੀ ਹੈ, ਉਹ ਸ਼ਹਿਦ ਦੇ ਵਿੱਚ ਚਿਕਨਾਹਟ ਹੋਣ ਕਰਕੇ ਮੱਖੀ ਦੇ ਪੈਰ ਉੱਥੇ ਚਿਪਕ ਜਾਂਦੇ ਨੇ। ਕੂੜ ਮਿੱਠਾ ਕੂੜ ਮਾਖਿਓ। ਤੇ ਫਿਰ ਹੌਲੀ ਹੌਲੀ ਜਦੋਂ ਮੱਖੀ ਉੱਪਰ ਬੈਠ ਜਾਂਦੀ, ਉਹਦੇ ਖੰਭ ਵੀ ਸ਼ਹਿਦ ਦੇ ਨਾਲ ਹੀ ਵਿੱਚੇ ਹੀ ਚਿੰਬੜ ਜਾਂਦੇ ਨੇ ਤੇ ਫਿਰ ਉਹ ਉੱਡਣ ਦੀ ਸਮਰੱਥਾ ਗਵਾ ਲੈਂਦੀ ਹੈ। ਇਹੀ ਹਾਲ ਸਾਡੀ ਬਣੀ ਹੋਈ ਹੈ। ਇਹ ਜਿਹੜਾ ਝੂਠ ਹੈ ਸਾਨੂੰ ਬਹੁਤ ਮਿੱਠਾ ਲੱਗ ਰਿਹਾ ਹੈ। ਇਹ ਝੂਠ ਨਿਰਾ ਸ਼ਹਿਦ ਹੈ। ਜਦੋਂ ਅਸੀਂ ਝੂਠੇ ਤਨ ਪਦਾਰਥ ਦੇ ਨਾਲ ਮੋਹ ਪਿਆਰ ਕਰਦੇ ਹਾਂ, ਸਾਡਾ ਤਨ ਵੀ ਤੇ ਮਨ ਵੀ ਤੇ ਸਾਰੇ ਸਾਡੇ ਮਨ ਦੇ ਸੰਕਲਪ ਵਿਕਲਪ ਉਸ ਝੂਠ ਦੇ ਵਿੱਚ ਹੀ ਸਾਰੇ ਖਚਤ ਹੋ ਜਾਂਦੇ ਹਨ। ਕੂੜ ਡੋਬੇ ਪੂਰ। ਇਸੇ ਲਈ ਹਜ਼ੂਰ ਕਹਿੰਦੇ ਨੇ ਇਸ ਝੂਠ ਨੇ ਕੂੜ ਡੋਬੇ ਪੂਰ, ਵੀ ਪੂਰਾਂ ਦੇ ਪੂਰ ਡੋਬ ਦਿੱਤੇ ਨੇ। ਇਸ ਝੂਠ ਨੇ ਪੂਰਾਂ ਦੇ ਪੂਰ ਡੋਬ ਦਿੱਤੇ ਹੈ। ਨਾਨਕ ਵਖਾਣੈ ਬੇਨਤੀ ਤੁਧ ਬਾਝ ਕੂੜੋ ਕੂੜ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਆਖਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ, ਤੁਧ ਬਾਝ ਕੂੜੋ ਕੂੜ। ਕੇਵਲ ਤੁਸੀਂ ਹੀ ਸੱਚ ਹੋ, ਤੁਸੀਂ ਹੀ ਸੱਚ ਸਰੂਪ ਹੋ। ਤੁਧ ਬਾਝ, ਤੁਹਾਡੇ ਬਿਨਾਂ ਸਭ ਕੁਝ ਕੂੜ ਹੀ ਕੂੜ ਹੈ, ਝੂਠ ਹੀ ਝੂਠ ਹੈ, ਅਸਤ ਹੀ ਅਸਤ ਹੈ। ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਾਰੇ ਹਜ਼ੂਰ ਨੇ ਮੂਲ ਮੰਤਰ ਵਿੱਚ ਲਿਖਿਆ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵੀ ਉਹ ਸੱਚ ਤੋਂ ਬਿਨਾਂ ਹਜ਼ੂਰ ਕਹਿੰਦੇ ਹੋਰ ਸਭ ਕੁਝ ਝੂਠ ਹੀ ਝੂਠ ਹੈ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਰਾਏ ਬੁਲਾਰ ਨੇ ਫਿਰ ਬੇਨਤੀ ਕੀਤੀ, ਕਹਿਣ ਲੱਗਾ, ਮਹਾਰਾਜ ਤੁਸੀਂ ਇਹ ਗੱਲ ਦੱਸੀ ਹੈ ਬਈ ਵਾਹਿਗੁਰੂ ਤੋਂ ਬਿਨਾਂ ਸਭ ਕੁਝ ਕੂੜ ਹੈ,
ਸਭ ਕੁਝ ਅਸਤ ਹੈ, ਸਭ ਕੁਝ ਝੂਠਾ ਹੈ। ਤੇ ਹੁਣ ਉਸ ਵਾਹਿਗੁਰੂ ਦੇ ਨਾਲ ਕਿਵੇਂ ਸਾਡਾ ਸੰਬੰਧ ਜੁੜ ਸਕਦਾ ਹੈ? ਅਸੀਂ ਉਸ ਸੱਚ ਨੂੰ ਕਿਵੇਂ ਜਾਣ ਸਕਦੇ ਹਾਂ? ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸੱਚ ਨੂੰ ਜਾਣਨ ਦੇ ਸੰਬੰਧ ਵਿੱਚ ਅੱਗੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਹੱਲਾ ਪਹਿਲਾ। ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ। ਹਜ਼ੂਰ ਕਹਿੰਦੇ ਨੇ ਸੱਚ ਨੂੰ ਤਾਂ ਪਰ ਵਿਸ਼ੇਸ਼ ਕਰਕੇ ਜਾਣਿਆ ਜਾ ਸਕਦਾ ਹੈ। ਸੱਚ ਤੋਂ ਮੁਰਾਦ ਹੈ ਅਕਾਲ ਪੁਰਖ ਦੀ, ਕਿਉਂਕਿ ਸਤਿਗੁਰੂ ਨੇ ਪਿੱਛੇ ਆਖਿਆ ਸੀ ਤੁਧ ਬਾਝ ਕੂੜੋ ਕੂੜ, ਤੇਰੇ ਬਿਨਾਂ ਸਭ ਕੂੜ ਹੀ ਕੂੜ ਹੈ। ਇਹਦਾ ਮਤਲਬ ਅਕਾਲ ਪੁਰਖ ਵਾਹਿਗੁਰੂ ਸੱਚ ਸਰੂਪ ਹੈ। ਸੱਚ ਤਾਂ ਪਰ ਜਾਣੀਐ, ਉਹ ਸੱਚ ਸਰੂਪ ਪਰਮਾਤਮਾ ਨੂੰ ਤਾਂ ਪਰ ਵਿਸ਼ੇਸ਼ ਕਰਕੇ ਜਾਣਿਆ ਜਾਂਦਾ ਹੈ ਜਾਂ ਹਿਰਦਾ ਸੱਚਾ ਹੋਏ। ਜੇ ਸਾਡੇ ਹਿਰਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਹੋਵੇ, ਜੇ ਸਾਡੇ ਹਿਰਦੇ ਵਿੱਚ ਵਾਹਿਗੁਰੂ ਦਾ ਸੱਚਾ ਨਾਮ ਵਸ ਜਾਵੇ ਤੇ ਫਿਰ ਉਹ ਸੱਚ ਨੂੰ ਜਾਣਿਆ ਜਾਂਦਾ ਹੈ। ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ। ਕਿਉਂਕਿ ਸੱਚੇ ਨਾਮ ਦੇ ਨਾਲ ਕੂੜ ਕੀ ਮਲ ਉਤਰੈ, ਝੂਠ ਦੀ ਮੈਲ ਲੈ ਜਾਂਦੀ ਹੈ। ਜਦੋਂ ਕੋਈ ਮਨੁੱਖ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਜਪਦਾ ਹੈ, ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ, ਉਹਦੇ ਨਾਲ ਝੂਠ ਦੀ ਮੈਲ ਲੈ ਜਾਂਦੀ ਹੈ। ਤਨ ਕਰੇ ਹੱਛਾ ਧੋਏ। ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਸਾਡੇ ਤਨ ਸਰੀਰ ਨੂੰ ਵੀ ਧੋ ਕੇ, ਹੱਛਾ ਦਾ ਅਰਥ ਪਵਿੱਤਰ ਕਰ ਦਿੰਦਾ ਹੈ। ਨਾਮ ਦੇ ਵਿੱਚ ਸ਼ਕਤੀ ਹੈ। ਨਾਮ ਸਾਡੇ ਮਨ ਦੇ ਵਿੱਚੋਂ ਵੀ ਕੂੜ ਦੀ ਮੈਲ ਨੂੰ ਲਾਹ ਦਿੰਦਾ ਹੈ ਤੇ ਨਾਮ ਸਾਡੇ ਸਰੀਰ ਦੇ ਵਿੱਚੋਂ ਵੀ ਮੈਲ ਧੋ ਦਿੰਦਾ ਹੈ। ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ। ਲੋ ਸੱਚ ਸਰੂਪ ਵਾਹਿਗੁਰੂ ਨੂੰ ਤਾਂ ਵਿਸ਼ੇਸ਼ ਕਰਕੇ ਜਾਣਿਆ ਜਾ ਸਕਦਾ ਹੈ ਜਾਂ ਸੱਚ ਧਰੇ ਪਿਆਰ, ਜੇਕਰ ਮਨੁੱਖ ਸੱਚ ਦੇ ਨਾਲ ਪਿਆਰ ਕਰੇ। ਸੱਚ ਬੋਲਣਾ ਇੱਕ ਇਖਲਾਕੀ ਗੁਣ ਹੈ ਤੇ ਦੂਸਰਾ ਸੱਚ ਸੱਚਾ ਨਾਮ ਜਪਣਾ, ਸੱਚ ਦੇ ਨਾਲ ਪਿਆਰ ਕਰਨਾ, ਇਹ ਇੱਕ ਦੈਵੀ ਗੁਣ ਹੈ। ਹਜ਼ੂਰ ਕਹਿੰਦੇ ਨੇ ਵੀ ਉਹ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਤਾਂ ਵਿਸ਼ੇਸ਼ ਕਰਕੇ ਜਾਣਿਆ ਜਾ ਸਕਦਾ ਹੈ ਵੀ ਜੇ ਮਨੁੱਖ ਸੱਚ ਦੇ ਨਾਲ, ਸੱਚ ਬੋਲਣ ਦੇ ਨਾਲ ਤੇ ਸੱਚੇ ਨਾਮ ਦੇ ਨਾਲ ਪਿਆਰ ਧਾਰਨ ਕਰ ਲਵੇ। ਨਾਉ ਸੁਣ ਮਨ ਰਹਿਸੀਐ ਤਾਂ ਪਾਏ ਮੋਖ ਦੁਆਰ। ਲਓ ਜਿਹੜਾ ਮਨੁੱਖ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਮਨ ਰਹਿਸੀਆ, ਮਨ ਦੇ ਵਿੱਚ ਆਤਮਕ ਆਨੰਦ ਪ੍ਰਾਪਤ ਕਰ ਲੈਂਦਾ ਹੈ। ਨਾਉ ਸੁਣ ਮਨ ਰਹਿਸੀਐ, ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਜਿਹਦਾ ਮਨ ਪ੍ਰਸੰਨ ਹੋ ਜਾਂਦਾ ਹੈ, ਆਤਮਕ ਆਨੰਦ ਨੂੰ ਪ੍ਰਾਪਤ ਕਰ ਲੈਂਦਾ ਹੈ, ਤਾਂ ਪਾਏ ਮੋਖ ਦੁਆਰ। ਫਿਰ ਉਹ ਮਨੁੱਖ ਅੱਗੇ ਮੁਕਤੀ ਦਾ ਦਰਵਾਜ਼ਾ, ਮੋਖ ਦੁਆਰ ਗਿਆਨ ਵੀ ਪ੍ਰਾਪਤ ਕਰ ਲੈਂਦਾ ਹੈ। ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ। ਲੋ ਹਜ਼ੂਰ ਕਹਿੰਦੇ ਨੇ ਸੱਚ ਨੂੰ ਤਾਂ ਪਰ ਵਿਸ਼ੇਸ਼ ਕਰਕੇ ਜਾਣਿਆ ਜਾ ਸਕਦਾ ਹੈ। ਭਾਵ ਸੱਚ ਸਰੂਪ ਪ੍ਰਮਾਤਮਾ ਦਾ ਤਾਂ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ ਜਾਂ ਜੁਗਤ ਜਾਣੈ ਜੀਓ, ਜੇ ਮਨੁੱਖ ਵਾਹਿਗੁਰੂ ਦੇ ਨਾਲ ਜੁੜਨ ਦੀ ਜੁਗਤੀ ਨੂੰ ਜਾਣ ਲਵੇ। ਜਿੰਨਾ ਚਿਰ ਤੱਕ ਮਨੁੱਖ ਵਾਹਿਗੁਰੂ ਦੇ ਨਾਲ ਜੁੜਨ ਦੀ ਜੁਗਤੀ ਨਹੀਂ ਜਾਣਦਾ, ਉਨਾ ਚਿਰ ਤੱਕ ਸੱਚ ਦਾ ਗਿਆਨ ਨਹੀਂ ਮਿਲ ਸਕਦਾ। ਤਰਤ ਕਾਇਆ ਸਾਧ ਕੈ ਵਿੱਚ ਦੇ ਕਰਤਾ ਬੀਓ। ਸੱਚ ਨਾਲ ਜੁੜਨ ਦੀ ਜੁਗਤੀ ਕੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਖੇਤੀ ਦਾ ਦ੍ਰਿਸ਼ਟਾਂਤ ਦਿੰਦੇ ਹਨ। ਤਰਤ ਕਾਇਆ ਸਾਧ ਕੈ, ਇਹ ਸਾਡੀ ਕਾਇਆ ਦੇ ਇੱਕ ਧਰਤੀ ਹੈ। ਇਹਨੂੰ ਸਾਧ ਕੇ, ਆਪਣੇ ਸਰੀਰ ਨੂੰ ਸੇਵਾ ਦੇ ਨਾਲ ਸਾਧ ਕੇ, ਪਵਿੱਤਰ ਕਰਕੇ, ਵਿੱਚ ਦੇ ਕਰਤਾ ਬੀਓ, ਜੋ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਗੁਰੂ ਤੋਂ ਪ੍ਰਾਪਤ ਕਰਨਾ ਹੈ, ਇਹ ਉਸ ਕਰਤਾ ਪੁਰਖ ਵਾਹਿਗੁਰੂ ਦੇ ਨਾਮ ਦਾ ਵਿੱਚ ਬੀਜ ਦੇਵੇ। ਸਰੀਰ ਰੂਪੀ ਧਰਤੀ ਨੂੰ ਸਾਧ ਕੇ, ਭਾਵ ਆਪਣੇ ਸਰੀਰ ਵਿੱਚੋਂ ਪਾਪਾਂ ਤੇ ਵਿਕਾਰਾਂ ਨੂੰ ਕੱਢ ਕੇ ਤੇ ਗੁਰੂ ਦੇ ਪਾਸੋਂ ਨਾਮ ਦੀ ਦਾਤ ਪ੍ਰਾਪਤ ਕਰ ਲਵੇ। ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ।
ਵਿੱਚ ਦੇ ਕਰਤਾ ਬਿਓ, ਕਰਤਾ ਪੁਰਖ ਵਾਹਿਗੁਰੂ ਦੇ ਨਾਮ ਦਾ ਵਿੱਚ ਬੀਜ ਦੇਵੇ। ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੇ। ਲੋ ਹਜ਼ੂਰ ਇਹ ਸੱਚ ਨੂੰ ਜਾਣਨ ਦੀਆਂ ਜੁਗਤੀਆਂ ਦੱਸ ਰਹੇ ਨੇ। ਸੱਚ ਤਾਂ ਪਰ ਜਾਣੀਐ, ਉਹ ਸੱਚ ਸਰੂਪ ਪ੍ਰਮਾਤਮਾ ਨੂੰ ਤਾਂ ਪਰ ਵਿਸ਼ੇਸ਼ ਕਰਕੇ ਅਥਵਾ ਭਲੀ ਪ੍ਰਕਾਰ ਜਾਣਿਆ ਜਾ ਸਕਦਾ ਹੈ। ਜਾਂ ਸਿੱਖ ਸੱਚੀ ਲੇ, ਜੇ ਇਹ ਮਨੁੱਖ ਗੁਰੂ ਦੀ ਸੱਚੀ ਸਿੱਖਿਆ ਨੂੰ ਗ੍ਰਹਿਣ ਕਰ ਲਵੇ। ਜੇ ਗੁਰਸਿੱਖ ਗੁਰੂ ਦੀ ਸੱਚੀ ਸਿੱਖਿਆ ਨੂੰ ਗ੍ਰਹਿਣ ਕਰ ਲਵੇ ਤਾਂ ਹੀ ਉਹ ਸੱਚ ਨੂੰ ਪਰ ਵਿਸ਼ੇਸ਼ ਕਰਕੇ ਜਾਣਿਆ ਜਾ ਸਕਦਾ ਹੈ। ਦਇਆ ਜਾਣੈ ਜੀਅ ਕੀ, ਕਿਛ ਪੁੰਨ ਦਾਨ ਕਰੇ। ਲੋ ਹਜ਼ੂਰ ਕਹਿੰਦੇ ਨੇ ਸੱਚ ਨੂੰ ਜਾਣਨ ਦੇ ਲਈ ਦਇਆ ਜਾਣੈ ਜੀਅ ਕੀ, ਵੀ ਜੀਵਾਂ ਤੇ ਦਇਆ ਕਰਨੀ ਆਪਣਾ ਪਰਮ ਧਰਮ ਸਮਝੇ। ਜਿਵੇਂ ਕੁਛ ਆਰੀਆ ਸਮਾਜੀਆਂ ਦਾ ਵੀ ਇਹ ਇੱਕ ਨਾਅਰਾ ਹੈ, ਅਹਿੰਸੋ ਪਰਮੋ ਧਰਮ, ਅਹਿੰਸਾ ਹੀ ਪਰਮ ਧਰਮ ਹੈ। ਪਰ ਸਤਿਗੁਰੂ ਕਹਿੰਦੇ ਨੇ ਦਇਆ ਜਾਣੈ ਜੀ ਕੀ, ਤਹੁ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰਖਿਆ ਜਨਸੂਤ। ਜੀਵਾਂ ਤੇ ਦਇਆ ਕਰਨੀ ਆਪਣਾ ਧਰਮ ਜਾਣੇ। ਭਾਵ ਜਿੰਨੇ ਵੀ ਜੀਵ ਨੇ ਰੱਬ ਦੇ ਬਣਾਏ ਹੋਏ ਨੇ ਔਰ ਉਹਨਾਂ ਤੇ ਦਇਆ ਕਰੇ, ਕਿਸੇ ਨਾਲ ਦੁਰਵਿਵਹਾਰ ਨਾ ਕਰੇ, ਚਾਹੇ ਪਸ਼ੂ ਨੇ, ਚਾਹੇ ਪੰਛੀ ਨੇ, ਚਾਹੇ ਮਨੁੱਖ ਨੇ, ਚਾਹੇ ਕੀੜੇ ਮਕੌੜੇ ਨੇ। ਸਾਰੇ ਜੀਵਾਂ ਤੇ ਦਇਆ ਕਰਨੀ ਆਪਣਾ ਧਰਮ ਸਮਝੇ। ਕਿਛ ਪੁੰਨ ਦਾਨ ਕਰੇ, ਤੇ ਨਾਲ ਭਾਈ ਕੁਛ ਨਾ ਕੁਛ ਪੁੰਨ ਦਾਨ ਵੀ ਕਰੇ। ਇਹ ਕੋਈ ਜੈਨੀਆਂ ਵਾਲੀ ਦਇਆ ਨਹੀਂ। ਫੋਲ ਫਦੀਹਤ ਮੋਹਿ ਲੈਨ ਪੜਾਸਾ, ਪਾਣੀ ਦੇਖ ਸਗਾਹੀ। ਦਇਆ ਜਾਣੈ ਜੀ ਕੀ, ਵੀ ਜੀਵਾਂ ਤੇ ਦਇਆ ਕਰਨੀ ਆਪਣਾ ਧਰਮ ਸਮਝੇ ਤੇ ਨਾਲ ਭਾਈ ਕੁਛ ਨਾ ਕੁਛ ਪੁੰਨ ਦਾਨ ਵੀ ਕਰੇ। ਪੁੰਨ ਦਾਨ ਕਾ ਕਰੇ ਸਰੀਰ, ਸੋ ਗ੍ਰਹਿ ਗੰਗਾ ਕਾ ਨੀਰ। ਪੁੰਨ ਦਾਨ ਪਵਿੱਤਰ ਦਾਨ ਤੋਂ ਮੁਰਾਦ ਹੈ ਸਭ ਤੋਂ ਪਵਿੱਤਰ ਵਸਤੂ ਵਾਹਿਗੁਰੂ ਦਾ ਨਾਮ ਹੈ। ਤੇ ਵਾਹਿਗੁਰੂ ਦੇ ਨਾਮ ਜਪਣ ਜਪਾਉਣ ਦਾ ਵੀ ਇਹ ਪਰਉਪਕਾਰ ਦਾ ਕੰਮ ਕਰੇ, ਅਥਵਾ ਉਂਝ ਵੀ ਕੋਈ ਪੁੰਨ ਦਾਨ ਕਰੇ, ਭਾਵ ਕੋਈ ਸੇਵਾ, ਕੋਈ ਦਸਵੰਧ ਗੁਰੂ ਘਰ ਦੇ ਲਈ ਦੇਵੇ। ਸੱਚ ਤਾਂ ਪਰ ਜਾਣੀਐ, ਜਾਂ ਆਤਮ ਤੀਰਥ ਕਰੇ ਨਿਵਾਸ। ਲੋ ਹਜ਼ੂਰ ਕਹਿੰਦੇ ਨੇ ਸੱਚ ਸਰੂਪ ਵਾਹਿਗੁਰੂ ਨੂੰ ਤਾਂ ਪਰ ਵਿਸ਼ੇਸ਼ ਕਰਕੇ ਜਾਣੀਦਾ ਹੈ ਜੇ ਇਹ ਮਨੁੱਖ ਆਤਮਾ ਰੂਪੀ ਤੀਰਥ ਉੱਤੇ ਨਿਵਾਸ ਕਰੇ। ਕਿਉਂਕਿ ਬਹੁਤੇ ਲੋਕ ਬਾਹਰਲੇ ਤੀਰਥਾਂ ਤੇ ਜਾ ਕੇ ਰਹਿੰਦੇ ਨੇ। ਉਹ ਕਹਿੰਦੇ ਵੀ ਤੀਰਥਾਂ ਤੇ ਰਹਿਣਾ ਵੀ ਇੱਕ ਧਰਮ ਹੈ, ਤੀਰਥਾਂ ਤੇ ਰਹਿਣਾ ਵੀ ਇੱਕ ਪੁੰਨ ਹੈ। ਪਰ ਹਜ਼ੂਰ ਕਹਿੰਦੇ ਨਹੀਂ, ਬਾਹਰਲੇ ਤੀਰਥਾਂ ਤੇ ਜਾ ਕੇ ਰਹਿ ਕੇ ਸਾਨੂੰ ਕੋਈ ਬਹੁਤਾ ਪੁੰਨ ਨਹੀਂ ਮਿਲ ਸਕਦਾ। ਜੇ ਤੁਸੀਂ ਸੱਚ ਨੂੰ ਜਾਣਨਾ ਹੈ ਫਿਰ ਆਤਮਾ ਰੂਪੀ ਤੀਰਥ ਉੱਤੇ ਨਿਵਾਸ ਕਰੋ। ਆਪਣੀ ਸੁਰਤ ਨੂੰ ਅੰਤਰਮੁਖ ਕਰਕੇ ਆਤਮਾ ਦੇ ਨਾਲ ਜੋੜੋ, ਆਤਮਾ ਰੂਪੀ ਤੀਰਥ ਵਿੱਚ ਨਿਵਾਸ ਕਰੋ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਲੋ ਹਜ਼ੂਰ ਕਹਿੰਦੇ ਜੇ ਤੁਹਾਨੂੰ ਉਸ ਆਤਮਾ ਤੀਰਥ ਦੀ ਸੋਝੀ ਨਹੀਂ ਤਾਂ ਤੁਸੀਂ ਸਤਿਗੁਰੂ ਨੂੰ ਪੁੱਛੋ। ਸਤਿਗੁਰੂ ਦੇ ਪਾਸੋਂ ਉਪਦੇਸ਼ ਲੈ ਕੇ ਆਤਮਾ ਤੀਰਥ ਦੀ ਸੋਝੀ ਹਾਸਲ ਕਰਕੇ ਬਹਿ ਰਹੇ, ਉੱਥੇ ਹਮੇਸ਼ਾ ਲਈ ਟਿਕਿਆ ਰਵੇ ਤੇ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ, ਸਤਿਗੁਰੂ ਨੂੰ ਪੁੱਛ ਕੇ ਆਤਮਾ ਰੂਪੀ ਤੀਰਥ ਵਿੱਚ ਹਮੇਸ਼ਾ ਲਈ ਟਿਕਿਆ ਰਵੇ ਤੇ ਕਰੇ ਨਿਵਾਸ। ਅੱਗੇ ਵਾਹਿਗੁਰੂ ਦੇ ਨਾਮ ਦੇ ਤੀਰਥ ਵਿੱਚ ਨਿਵਾਸ ਕਰੇ, ਕਿਉਂਕਿ ਵਾਹਿਗੁਰੂ ਦਾ ਨਾਮ ਵੀ ਤੀਰਥ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਸ ਲਈ ਉਹ ਨਾਮ ਦੇ ਵਿੱਚ ਫਿਰ ਨਿਵਾਸ ਕਰੇ।